हाँ जी प्यारिओ, मेरे को शुद्धि हो गई सी मिति विच दोबारा सुधारदे हाँ। अज नवंबर 9 शनिचरवार 2024 हो गया ते पिछले सप्ताह विच असी ये पाठ कर लिया सी। कुछ कुछ ना कहो बहुत कर लिया सी, थोड़ा जिहा उहदे विच बचिया सी, वो अज करांगे। ते पिछली वारी तुसी लड़ी जोड़न लई वो विचार देख लेना जिहदे विच ये पत्रा है। और इस पत्रे विच आपां विचार कीती सी कि जो भाखा अध्ययन है ਉਹਦੇ कुछ प्रमुख विषय ने जो कर ले ਹਨ, पर मैं आप जी ਨੂੰ ਦੱਸਦਾ कि ਇਹ ਜਿਹੜੀ मैं इत्थे च विचार लिख ਰਿਹਾ ਜਾਂ कर ਰਿਹਾ ਇਹ ओहायो यूनिवर्सिटी ਦੇ आधारित है ਤੇ ਉਹ ਇੱਕ ਸੰਖੇਪ ਜਿਹਾ ਉਹ ਬੋਲੀ ਉੱਤੇ ਕਰਦੇ ਹਨ, ਨਾ ਕਿ ਲੰਬਾ ਚੌੜਾ ਵਿਆਕਰਣ ਉੱਤੇ ਹੈ ਉਹਨਾਂ ਦਾ। पर साड़ी लोड़ बहुत ज्यादा है गुरबाणी वास्ते, ਤਾਂ ਇਹਦੇ ਵਿੱਚ ਬਹੁਤ ਕੁਝ ਵਾਧਾ ਆਉਣ ਵਾਲੇ ਵੇਲੇ ਵਿੱਚ ਆਪਾਂ ਕਰ ਸਕਦੇ ਹਾਂ। ਤੇ ਇਸ ਵਿੱਚ ਜਿਹੜੀਆਂ ਦੋ ਕੁ ਵਿਚਾਰਾਂ ਰਹਿ ਗਈਆਂ ਸੀ, ਜਿਵੇਂ ਇੱਥੇ ਲਿਖਿਆ ਨਾ ਆ ਸੰਖਿਆ 6 ਤੇ ਸੰਖਿਆ 7 ਹੈ। ਮੈਂ ਸੰਖਿਆ ਸ਼ਬਦ ਵਰਤਦਾ ਹਾਂ, ਅੱਜ ਪ੍ਰਚਲਿਤ ਸ਼ਬਦ ਨੰਬਰ ਹੈ, ਨੰਬਰ 6 ਨੰਬਰ 7। ਤੇ ਆਪ ਤੁਸੀਂ ਦੇਖਿਓ ਜੀ ਨਾ 2024 10-24 ਆ ਲਿਖਿਆ ਹੋਇਆ ਤੇ ਆੜਾ ਤੀਰ ਦਾ ਨਿਸ਼ਾਨ ਹੈ। ਇਹ ਮੈਂ ਹੁਣੇ ਸ਼ੁਰੂ ਕੀਤਾ, ਆਰੰਭ ਕੀਤਾ ਲਿਖ ਕਰਨਾ ਕਿ ਇਹ ਵਿਚਾਰ ਪਿੱਛੇ ਚੱਲਦੀ ਪਈ ਹੈ। ਇਸ ਦਾ ਅਰਥ ਇਹ ਹੋਵੇਗਾ ਸਦਾ ਹੀ। ਤੇ ਇੱਕ ਤੇ ਇੱਥੇ ਇਹ ਛੋਟੀ ਜੀ ਗੱਲ ਹੈ ਜੋ ਅਧਿਐਨ ਵਿੱਚ ਇਹਨਾਂ ਨੇ ਕੀਤੀ ਹੈ, ਸੰਖੇਪ ਹੈ। ਮੈਂ ਆਪ ਜੀ ਨੂੰ ਇਹ ਵੀ ਦੱਸਦੇ ਹਾਂ ਕਿ ਅਜੇ ਤੱਕ ਭਾਸ਼ਾ ਦਾ ਜਿਹੜਾ ਅਧਿਐਨ ਹੈ ਉਹ ਆਪਣਾ ਆਰੰਭ ਨਹੀਂ ਕੀਤਾ। ਇਹ ਭੂਮਿਕਾ ਵਾਂਗੂ ਕੁਝ ਗੱਲਾਂ ਆਪਾਂ ਕਰ ਰਹੇ ਹਾਂ। ਤੇ ਇੱਥੇ 6 ਸੰਖਿਆ ਵਿੱਚ ਹੈ, 6ਵੇਂ ਸਥਾਨ ਤੇ ਕਹਿ ਲਓ ਕਿ ਬੱਚੇ ਬਿਨਾਂ ਸਿਖਾਏ ਹੀ ਬੋਲੀ ਸਿੱਖ ਲੈਂਦੇ ਹਨ, ਬਹੁਤ ਹੀ ਸਹਜ ਸੁਭਾਏ ਸਿੱਖਦੇ ਹਨ। बोली नू समझना, सीखना, ग्रहण करना जन्म तो आरंभ हो जाता है। मैं ये बिल्कुल संखेप जिहा लिखदा हाँ। ਇਹਦੇ ਚ ਇੱਕ ਡੂੰਘੀ ਸਾਰੀ ਗੱਲ ਹੈ। मैं जितना कुछ आप जी के रख रहा बहुत गल्लां डूंघियां हाँ। ਕਦੇ ਕਦੇ ਅੱਜ ਨਾ ਬਾਹਰਲੇ ਦੇਸ਼ਾਂ ਵਿੱਚ ਅਮਰੀਕਾ, ਕੈਨੇਡਾ, ਇੰਗਲੈਂਡ ਜਿਹੜੇ ਸਾਡੇ ਪਰਿਵਾਰ ਭਾਰਤ ਤੋਂ ਆ ਕੇ ਇੱਥੇ ਰਹਿੰਦੇ ਹਨ, ਤਾਂ ਕਦੇ ਕਦੇ ਇਹ ਵਿਚਾਰ ਕਰਦੇ ਹਨ ਕਿ ਮਾਤਾ ਪਿਤਾ ਬੱਚਿਆਂ ਨੂੰ ਬੋਲੀ ਨਹੀਂ ਸਿਖਾਉਂਦੇ, ਪਿੱਛੇ ਆਪਾਂ ਕਰ ਲਿਆ ਹੋਇਆ। ਪਰ ਇੱਥੇ ਆਇਆ ਮੈਂ ਸੰਖੇਪ ਜਿਹਾ ਦੁਬਾਰਾ ਕਰ ਲੈਂਦਾ ਹਾਂ ਕਿ ਮਾਤਾ ਪਿਤਾ ਬੱਚਿਆਂ ਨੂੰ ਬੋਲੀ ਨਹੀਂ ਸਿਖਾਉਂਦੇ। ਮੈਨੂੰ ਮੇਰੇ ਮਾਤਾ ਪਿਤਾ ਨੇ ਬੋਲੀ ਨਹੀਂ ਸਿਖਾਈ। ਮੇਰੇ ਸਾਹਮਣੇ ਮੇਰੇ ਦਾਦਾ ਜੀ ਨਹੀਂ ਸੀ, ਪਰ ਮੇਰੇ ਪੜਦਾਦਾ ਜੀ ਸਨ। ਇਸੇ ਤਰ੍ਹਾਂ ਤੁਹਾਨੂੰ ਤੁਹਾਡੇ ਮਾਤਾ ਪਿਤਾ ਨੇ ਬੋਲੀ ਨਹੀਂ ਸਿਖਾਈ। ਅੱਜ ਜਿਹੜੇ ਸਾਡੇ ਪੁੱਤਰ ਪੋਤਰੇ ਨੇ, ਅਸੀਂ ਵੀ ਉਹਨਾਂ ਨੂੰ ਬੋਲੀ ਨਹੀਂ ਸਿਖਾਈ। ਬੱਚਾ ਬੋਲੀ ਹੀ ਨਹੀਂ, ਸਭ ਕੁਝ ਆਪਣੇ ਉਸ ਸਮਾਜ ਪਰਿਵਾਰ ਤੋਂ ਗ੍ਰਹਿਣ ਕਰਦਾ ਹੈ ਜਿਸ ਵਿੱਚ ਉਹ ਜਨਮ ਲੈਂਦਾ ਹੈ। ਕੱਲੀ ਬੋਲੀ ਨਹੀਂ, ਬੱਚਾ ਕਿਵੇਂ ਸਿੱਖਦਾ ਹੈ? ਬੱਚਾ ਜਦੋਂ ਪੈਦਾ ਹੁੰਦਾ ਹੈ, ਅਸੀਂ ਕੋਈ ਇੱਕ ਅੱਧਾ ਸ਼ਬਦ ਸਿਖਾਉਂਦੇ ਹਾਂ, ਕੋਈ ਇੱਕ ਦੀ ਗੱਲ ਦੱਸਦੇ ਵੀ ਹੋਵਾਂਗੇ, ਪਰ ਇੱਕ ਦੀ ਗੱਲ ਦੇ ਨਾਲ ਇਹ ਤਾਂ ਨਿਰਧਾਰਤ ਨਹੀਂ ਕੀਤਾ ਜਾ ਸਕਦਾ ਕਿ ਬੱਚੇ ਨੂੰ ਅਸੀਂ ਸਭ ਕੁਝ ਸਿਖਾਇਆ ਜਾਂ ਸਿੱਖਦਾ। ਨਹੀਂ,
ਬੱਚੇ ਬਿਨਾਂ ਸਿਖਾਇਆ ਹੀ ਸਿੱਖਦੇ ਹਨ, ਸਹਜ ਸੁਭਾਏ ਸਿੱਖਦੇ ਹਨ, ਔਰ ਇਹ ਜਨਮ ਤੋਂ ਆਰੰਭ ਹੋ ਜਾਂਦਾ ਹੈ। ਆ ਤੁਸੀਂ ਕਦੀ ਦੇਖੋਗੇ ਆਪਣੇ ਹੱਲ ਕਿ ਮੇਰੇ ਖਿਆਲ ਚ 3-4 ਬਰਖ ਦਾ ਜਦ ਬੱਚਾ ਹੋ ਜਾਂਦਾ ਤੇ ਫਿਰ ਹੋਸ਼ ਸੰਭਾਲਦਾ ਸੀ, ਕਹਿੰਦੇ ਮੈਂ ਹੋਸ਼ ਉਦੋਂ ਸੰਭਾਲੀ ਸੀ। ਉਸ ਤੋਂ ਪਹਿਲਾਂ ਬੱਚਾ ਕਿੰਨੇ ਸ਼ਬਦ ਸਿੱਖਣੇ ਸ਼ੁਰੂ ਕਰ ਦਿੰਦਾ, ਆਰੰਭ ਕਰ ਦਿੰਦਾ ਹੈ। ਤਾਂ ਬੱਚਾ ਸਮਾਜ ਵਿੱਚੋਂ ਬੋਲੀ ਸਿੱਖਦਾ ਸਮਝਦਾ ਹੈ। ਜਿਹੜੀ ਗੱਲ ਮੈਂ ਪੂਰੇ ਬਲ ਨਾਲ ਕਹਿਣਾ ਚਾਹੁੰਦਾ ਹਾਂ ਕਿ ਮਾਤਾ ਪਿਤਾ ਨੇ ਅੱਜ ਦੇ ਸਮੇਂ 2024 ਹੈ, ਮਾਤਾ ਪਿਤਾ ਨੇ ਬੱਚਿਆਂ ਨੂੰ ਬੋਲੀ ਨਹੀਂ ਸਿਖਾਣੀ, ਪਰ ਪਤਾ ਕੀ ਕਰਨਾ ਹੈ, ਜਿਹੜੀ ਉਹ ਭੁੱਲ ਕਰਦੇ ਹਨ, ਬੱਚਿਆਂ ਨਾਲ ਵਿਦੇਸ਼ੀ ਬੋਲੀ ਨਾ ਬੋਲੋ। ਤੁਸੀਂ ਬੱਚਿਆਂ ਨਾਲ ਪੰਜਾਬੀ ਵਿੱਚ ਗੱਲ ਕਰੋ, ਬੱਚੇ ਆਪੇ ਸਿੱਖ ਲੈਂਦੇ ਨੇ ਜਨਮ ਤੋਂ। ਪਰ ਮੈਂ ਐਸੇ ਪਰਿਵਾਰਾਂ ਨੂੰ ਜਾਣਦਾ ਹਾਂ। ਇਹ 2000 ਦੀ ਗੱਲ ਹੈ ਜਦੋਂ ਮੈਂ ਪਹਿਲੀ ਵਾਰੀ ਦੇਖਿਆ। 2000 ਵਿੱਚ ਇੱਕ ਮਾਤਾ ਪਿਤਾ, ਔਰ ਇਹ ਦਿੱਕਤ ਉਹਨਾਂ ਪਰਿਵਾਰਾਂ ਵਿੱਚ ਆਈ ਹੈ ਜਿਹੜੇ ਮਾਤਾ ਪਿਤਾ ਅੰਗਰੇਜ਼ੀ ਪੜ੍ਹੇ ਉੱਥੋਂ ਆਏ। ਇਹ ਦਿੱਕਤ ਉਹਨਾਂ ਪਰਿਵਾਰਾਂ ਵਿੱਚ ਆਈ ਹੈ ਜਿਹੜੇ ਉੱਥੋਂ ਮੇਰੇ ਵਰਗੇ ਦੇਸੀ ਆਏ ਨਾ, ਪੇਂਡੂ ਉੱਠ ਕੇ, ਉਹਨਾਂ ਦੇ ਬੱਚੇ ਅੱਜ ਵੀ ਪੰਜਾਬੀ ਬੋਲਦੇ ਹਨ। ਮੈਂ ਇਹ ਗੱਲਾਂ ਹਵਾ ਵਿੱਚ ਨਹੀਂ ਕਰਦਾ ਪਿਆ। ਮੈਂ ਇਸ ਬਾਹਰਲੇ ਮੁਲਕ 'ਚ 1996 ਵਿੱਚ ਪਹਿਲੀ ਵਾਰੀ ਆਇਆ ਸੀ ਤੇ ਅੱਜ ਮੈਨੂੰ 28 ਬਰਖ ਹੋ ਚੱਲੇ ਹਨ ਬਾਹਰ ਫਿਰਦਿਆਂ ਨੂੰ। ਮੈਂ ਉਹਨਾਂ 28 ਬਰਖਾਂ ਦੇ ਤੱਤ ਵਿੱਚੋਂ ਕਹਿ ਰਿਹਾ। ਮੈਂ ਫਿਰ ਐਸੇ ਪਰਿਵਾਰਾਂ ਦਾ ਪੂਰਾ ਨਿਰੀਖਣ ਕੀਤਾ ਹੈ ਕਿ ਜਿਹੜੇ ਦੋ ਮਾਤਾ ਪਿਤਾ ਪੰਜਾਬ ਦੇ ਵਿੱਚੋਂ MA BA ਕਰਕੇ ਆਏ, ਉਹ ਇੱਥੇ ਆ ਕੇ ਆਪਣੇ ਬੱਚਿਆਂ ਦੇ ਨਾਲ ਅੰਗਰੇਜ਼ੀ ਵਿੱਚ ਗੱਲ ਕਰਦੇ, ਔਰ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਨੇ ਆਪਣੀ ਪੰਜਾਬੀ ਨਹੀਂ ਬੋਲੀ, ਜਿਸ ਕਰਕੇ ਅੱਜ ਕੁਝ ਪਰਿਵਾਰ ਹਨ ਜਿਨ੍ਹਾਂ ਦੇ ਬੱਚੇ ਆਪਣੀ ਪੰਜਾਬੀ ਬੋਲੀ ਗੁਰੂ ਨਾਨਕ ਵਾਲੀ ਲੰਗੜੀ ਜਿਹੀ ਬੋਲਦੇ ਨੇ, ਟੁੱਟੀ ਭੱਜੀ, ਸਤਿ ਸ੍ਰੀ ਅਕਾਲ, ਹਾਜੋ ਬਹਿਜੋ, ਇਸ ਤੋਂ ਅੱਗੇ ਨਹੀਂ ਉਹਨਾਂ ਨੂੰ ਆਉਂਦਾ, ਡੂੰਗੀ ਪੰਜਾਬੀ ਨਹੀਂ ਆਉਂਦੀ। ਤੇ ਕੁਝ ਹਨ ਜਿਨ੍ਹਾਂ ਨੂੰ ਕੁਝ ਵੀ ਨਹੀਂ ਆਉਂਦਾ। ਪਰ ਇਹ 2000 ਵਿੱਚ ਮੈਂ ਇੱਥੇ ਕੈਨੇਡਾ ਸੀ, ਔਰ ਇਹ ਮੇਰੇ ਨਾਲ ਹਨ ਸਾਥੀ ਜਿਹੜੇ ਵੀਰ ਭੁਪਿੰਦਰ ਸਿੰਘ ਜੀ ਹਨ। ਇਹ ਉਸ ਮੇਰੇ ਪਰਿਵਾਰ ਸਨ, 8-10 ਮੈਨੂੰ ਮਿਲੇ ਜਿਨ੍ਹਾਂ ਵਿੱਚ ਨਿੱਤ ਬੈਠਣਾ ਖਲੋਣਾ ਸੀ, ਉਹਨਾਂ ਵਿੱਚੋਂ ਇੱਕ ਇਹ ਹਨ। ਤਾਂ ਉਦੋਂ ਮੈਂ ਸਕਾਰਬੋਰੋ ਸੀ, ਗੱਲਾਂ ਮੈਂ ਰਿਕਾਰਡ ਕਰ ਦੇਣਾ ਵਾਂ, ਕਦੀ ਜ਼ਿੰਦਗੀ 'ਚ ਕਿਸੇ ਦੇ ਕੰਮ ਆ ਸਕਦੀਆਂ ਹਨ। ਤਾਂ ਉੱਥੇ ਇੱਕ ਪਰਿਵਾਰ ਮੇਰਾ ਨਜ਼ਦੀਕੀ ਸੀ ਤੇ ਮੈਂ ਕਾਲ ਕੀਤੀ ਉਹਨਾਂ ਦੇ ਘਰ, ਔਰ ਮੇਰੇ ਉਹ ਰਿਸ਼ਤੇਦਾਰਾਂ ਦੇ ਨੇੜੇ ਸਨ, ਮੇਰੇ ਰਿਸ਼ਤੇਦਾਰਾਂ ਦੇ ਅੱਗੇ ਰਿਸ਼ਤੇਦਾਰ ਸਨ। ਅੱਗੋਂ ਬੱਚਾ ਫੋਨ ਚੁੱਕਦਾ, ਔਰ ਉਹ ਗੱਲ ਮੈਨੂੰ ਬਹੁਤ ਕਦੇ ਨਹੀਂ ਭੁੱਲਦੀ। ਤੇ ਅੱਗੋਂ ਫੋਨ ਬੱਚੇ ਨੇ ਚੁੱਕਿਆ, ਮੈਂ ਬੋਲਿਆ, ਉਹਨੂੰ ਪਤਾ ਲੱਗ ਗਿਆ ਵੀ ਮੈਂ ਕੌਣ ਹਾਂ। ਤੇ ਹੁਣ ਅੱਗੋਂ ਉਹ ਪਿਓ ਪੁੱਛਦਾ, ਇੱਕੋ ਗੱਲ ਯਾਦ ਰੱਖਣਾ, ਪਿਓ ਪੁੱਛਦਾ ਹੂਜ਼, ਉਹ ਪਤਾ ਕਹਿੰਦਾ ਕਥਾ ਵਾਚਾ। ਉਹ ਮੈਨੂੰ ਗੱਲ ਯਾਦ ਬੜੀ, 2 ਬੱਚੇ, 2 ਮਾਂ-ਪਿਓ। ਤਾਂ ਕਾਰਨ ਜਿਹੜੀ ਇਸ ਸਾਰੀ 6ਵੀਂ ਜਿਹੜਾ ਇਹ ਸਥਾਨ ਹੈ ਨਾ, ਇਹਦੀ ਗੱਲ ਇਹ ਹੈ ਕਿ ਮਾਤਾ-ਪਿਤਾ ਬੱਚਿਆਂ ਦੇ ਸਾਹਮਣੇ ਆਪਣੀ ਪੰਜਾਬੀ ਨਹੀਂ ਬੋਲਦੇ, ਹਿੰਦੀ ਵਾਲੇ ਆਪਣੀ ਹਿੰਦੀ ਨਹੀਂ ਬੋਲਦੇ। ਥੋੜੇ ਜਿਹੇ ਲੋਕ ਹਨ ਜਿਹੜੇ ਆਪਣੀ ਬੋਲੀ ਬੋਲਦੇ ਹਨ, ਔਰ ਪੰਜਾਬੀ ਵਿੱਚ ਸਿੱਖ ਪਰਿਵਾਰਾਂ ਵਿੱਚ ਜਿਤਨਾ ਕੁ ਮੈਂ ਜਾਣਦਾ ਹਾਂ, ਔਰ ਇਹ ਸਿਰਫ ਦਿੱਕਤ ਉਹਨਾਂ ਘਰਾਂ ਵਿੱਚ ਹੈ। ਜੇ ਕਿਸੇ ਨੂੰ ਕੋਈ ਸ਼ੰਕਾ ਹੋਵੇ ਤੇ ਤੁਸੀਂ ਇਹ ਨਿਵਰਤ ਕਰ ਸਕਦੇ ਹੋ ਕਿ ਜਿਹੜੇ ਮਾਤਾ ਪਿਤਾ, ਔਰ ਇੱਥੇ ਵੀ ਸੱਚ, ਇੱਥੇ ਮੇਰੇ ਇੱਕ ਹੋਰ ਪਰਿਵਾਰ ਹੈ, ਉਹ ਬਹੁਤੇ ਨਹੀਂ ਪੜ੍ਹੇ, ਪਰ ਉਹਨਾਂ ਨੇ ਯਤਨ ਕੀਤਾ ਕਿ ਸਾਡੀ ਅੰਗਰੇਜ਼ੀ, ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਇੰਪਰੂਵ ਹੋ ਜਾਵੇ, ਹੋਰ ਸੁਧਰ ਜਾਵੇ। ਉਹਨਾਂ ਦੇ ਬੱਚਿਆਂ ਨੂੰ ਵੀ ਨਹੀਂ ਆਉਂਦੀ। ਇੱਕ ਹੋਰ ਬੜੇ ਧੜੱਲੇਦਾਰ ਨੇ,
ਮੇਰੇ ਇੱਥੇ ਤੇ ਨਿਊਯਾਰਕ ਦੇ ਰਾਹ ਦੇ ਵਿੱਚ ਨੇ। ਇਹ ਗੱਲਾਂ ਮੈਂ ਤਾਂ ਕਰ ਰਿਹਾ ਕਿ ਜੇ ਬੱਚਿਆਂ ਨੂੰ ਜਨਮ ਤੋਂ ਜਿਹੜੀ ਬੋਲੀ ਨਾ ਦਿੱਤੀ, ਉਹ ਉਸ ਬੋਲੀ ਵਿੱਚ ਮਾਹਿਰ ਨਹੀਂ ਹੋ ਸਕਦੇ। ਔਰ ਗੁਰੂ ਨਾਨਕ ਦਾ ਸਾਰਾ ਗਿਆਨ ਪੰਜਾਬੀ ਵਿੱਚ ਪਿਆ ਹੋਇਆ ਹੈ। ਕਈਆਂ ਦੇ ਅੰਦਰ ਇਹ ਗੱਲ ਬੈਠੀ ਸੀ, ਮੇਰੇ ਵਿੱਚ ਵੀ ਬੈਠੀ ਸੀ, ਕਿ ਫਿਰ ਮੈਨੂੰ ਪਤਾ ਲੱਗਾ ਮੈਂ ਕਿਹੜੇ ਵਹਿਣ ਚ ਰੁੜਨਾ ਪਿਆ। ਮੈਂ ਤੁਹਾਨੂੰ ਕੀ ਦੱਸਣਾ ਚਾਹੁੰਦਾ ਕਿ ਕਈਆਂ ਨੂੰ ਇਹ ਹੈ ਕਿ ਜੇ ਇਹ ਗਿਆਨ ਨੂੰ ਅੰਗਰੇਜ਼ੀ ਵਿੱਚ ਕਰ ਦਿੱਤਾ ਜਾਵੇ। ਅੱਜ ਜਿਹੜੇ ਪੰਜਾਬੀ ਮਾਤਾ ਪਿਤਾ ਨੇ, ਉਹਨਾਂ ਕੋਲ ਪਤਾ ਕੀ ਹੈ, ਉਹਨਾਂ ਕੋਲ ਦੋ ਚੀਜ਼ਾਂ ਹਨ। ਮੈਂ ਇੰਗਲੈਂਡ ਦੀ ਗੱਲ, ਕੈਨੇਡਾ ਦੀ ਗੱਲ, ਅਮਰੀਕਾ ਦੀ ਗੱਲ ਕਰਨਾ ਪਿਆ, ਕਿਉਂਕਿ ਤਿੰਨਾਂ ਵਿੱਚ ਮੈਂ ਜ਼ਿਆਦਾ ਫਿਰਿਆ। ਹੁਣ ਆਪ ਤੇ ਉਹ ਦੋਵੇਂ ਬੋਲੀਆਂ ਜਾਣਦੇ ਹਨ, ਕਿਉਂਕਿ ਉਹਨਾਂ ਦੇ ਮਾਤਾ ਪਿਤਾ ਨੇ ਉਹਨਾਂ ਨੂੰ ਪੰਜਾਬੀ ਦਿੱਤੀ, ਸਕੂਲਾਂ ਵਿੱਚ ਉਹਨਾਂ ਨੇ, ਕਾਲਜਾਂ ਵਿੱਚ, ਯੂਨੀਵਰਸਿਟੀਆਂ 'ਚ ਅੰਗਰੇਜ਼ੀ ਸਿੱਖੀ। ਹੁਣ ਉਹਨਾਂ ਕੋਲ ਦੋਵੇਂ ਚੀਜ਼ਾਂ ਹਨ, ਉਹ ਦੋਵੇਂ ਸਮਝਦੇ ਹਨ। ਪਰ ਹੁਣ ਉਹਨਾਂ ਦੇ ਬੱਚਿਆਂ ਕੋਲ ਇੱਕ ਚੀਜ਼ ਰਹਿ ਗਈ। ਮੈਂ ਤੁਹਾਨੂੰ ਇਹ ਗੱਲ, ਮੈਂ ਆਪਣੇ ਵੀਰ ਜੀ ਨਾਲ ਨੇ, ਉਹਨਾਂ ਨਾਲ ਕੀਤੀ ਸੀ ਕਿ ਅਗਰ ਗੁਰਬਾਣੀ ਦੇ ਗਿਆਨ ਨੂੰ ਪੰਜਾਬੀ ਅੰਗਰੇਜ਼ੀ ਵਿੱਚ ਵਿਆਖਿਆ ਕਰਨੀ ਹੈ, ਪਰ ਵਿਆਖਿਆ ਵੀ ਤਾਂ ਉਹੀ ਕਰ ਸਕਦਾ ਨਾ ਜਿਹਨੂੰ ਪੰਜਾਬੀ ਆਉਂਦੀ ਹੈ। ਪੰਜਾਬੀ ਜਿਸ ਨੂੰ ਆਉਂਦੀ ਹੀ ਨਹੀਂ, ਉਹ ਅੰਗਰੇਜ਼ੀ ਵਿੱਚ ਵਿਆਖਿਆ ਕੀ ਕਰੇਗਾ? ਅੰਗਰੇਜ਼ੀ ਵਿੱਚ ਤਾਂ ਉਹੀ ਕੁਝ ਕਰ ਸਕਦਾ ਜੋ ਉਹਦੇ ਸਾਹਮਣੇ ਰੱਖਿਆ ਹੋਇਆ ਹੈ। ਪਰ ਜਿਹੜਾ ਕੁਝ ਉਸ ਬੋਲੀ ਵਿੱਚ ਹੁੰਦਾ ਹੈ, ਉਸ ਬੋਲੀ ਦੇ ਵਿੱਚ ਮੁਹਾਵਰੇ ਹੁੰਦੇ ਹਨ, ਬੋਲੀ ਦੀਆਂ ਡੂੰਘਾਈਆਂ ਹੁੰਦੀਆਂ ਹਨ, ਬੋਲੀ ਦੇ ਭਾਵ ਅਰਥ ਹੁੰਦੇ ਹਨ, ਉਸ ਨੂੰ ਉਹੀ ਸਮਝ ਸਕਦਾ ਹੈ ਜਿਹੜਾ ਉਸ ਬੋਲੀ ਵਿੱਚ ਜੰਮਿਆ ਪਲਿਆ ਹੈ। ਤਾਂ ਮੈਂ ਅੱਜ ਇਹ ਗੱਲ ਕਹਿਣਾ ਚਾਹੁੰਦਾ ਹਾਂ ਕਿ ਸਾਡੇ ਬੱਚਿਆਂ ਦੇ ਪਾਸ ਡਿਗਰੀਆਂ ਹੋਣ, ਵਿਦੇਸ਼ੀ ਬੋਲੀ ਹੋਵੇ, ਮੈਂ ਇਹਦੇ ਤੋਂ ਇਨਕਾਰੀ ਨਹੀਂ। ਇਹ ਅੰਗਰੇਜ਼ੀ ਜਿਹੜੀ ਵਿਸ਼ਵ ਦੀ ਅੱਜ ਕੱਲ ਬੋਲੀ ਹੈ, ਉਹ ਹੋਵੇ, ਇਨਕਾਰੀ ਨਹੀਂ। ਪਰ ਇਹ ਗੱਲ ਮੈਂ ਉਹਨਾਂ ਲਈ ਕਰ ਰਿਹਾ ਜਿਹੜੇ ਗੁਰੂ ਨਾਨਕ ਤੋਂ ਗਿਆਨ ਸਿੱਖਣਾ ਚਾਹੁੰਦੇ ਹਨ। ਔਰ ਇੱਥੋਂ ਦੇ ਕਿਸੇ ਜੰਮਪਲ ਗੋਰੇ ਨੂੰ, ਕਿਸੇ ਇੱਥੋਂ ਦੇ ਜਰਮਨੀ ਨੂੰ, ਫਰਾਂਸੀਸੀ ਨੂੰ ਪੰਜਾਬੀ ਜੰਮਿਆ ਪਲਿਆ ਜਦੋਂ ਦੱਸੇਗਾ ਨਾ ਸਹੀ, ਤੇ ਉਹ ਸਮਝ ਸਕਦਾ, ਥੋੜਾ ਸਮਝਾ ਸਕਦਾ ਹੈ ਕਿ ਗੁਰਬਾਣੀ ਕੈਸੇ ਕੈਸੇ ਗੁਰਬਾਣੀ ਵਿੱਚ ਬਚਨ ਹਨ। ਮੰਤਰੀ ਹੋਏ ਅਠੁਹਿਆ, ਨਾਗੀ ਲੱਗੈ ਜਾਏ, ਆਪਨ ਹੱਥੀ ਆਪਣਾ ਦੇ ਕੂਚਾ ਆਪੇ ਲਾਏ। ਹੁਣ ਇਹ ਜਿਹੜਾ ਸ਼ਲੋਕ ਹੈ ਨਾ, ਇਹ ਜੇ ਇਹਦੇ ਕਈ ਸ਼ਬਦ ਐਸੇ ਜਿਹੜੇ ਮੇਰੇ ਬੱਚਿਆਂ ਨੂੰ ਵੀ ਨਹੀਂ ਆਉਂਦੇ, ਕਿਉਂਕਿ ਉਹ ਚੀਜ਼ਾਂ ਅੱਜ ਕੱਲ੍ਹ ਮੁੱਕ ਚੁੱਕੀਆਂ ਹਨ। ਤਾਂ ਇਹ ਜਿਹੜੀ ਗੱਲ ਮੈਂ ਇਸ ਨੂੰ ਜ਼ਿਆਦਾ ਨਾ ਕਰਾਂ, ਤਾਂ ਮੈਂ ਇੱਕ ਹੋਰ ਸਮਝਦਾ ਹੁੰਦਾ, ਜੋ ਸਾਡੇ ਪਾਸ ਹੈ ਔਰ ਜੋ ਅਸੀਂ ਕਰ ਸਕਦੇ ਹਾਂ ਉਹ ਕਰਨਾ ਚਾਹੀਦਾ ਹੈ। ਮੈਂ ਕੇਵਲ ਇਤਨਾ ਹੀ ਕਹਾਂਗਾ ਕਿ ਜਿਤਨੇ ਮਾਤਾ ਪਿਤਾ ਹਨ, ਚਾਹੇ ਉਹ ਪੰਜਾਬੀ ਹੈ, ਹਿੰਦੀ ਹੈ, ਗੁਜਰਾਤੀ ਹੈ, ਤੇਲਗੂ ਹੈ, ਪੱਛਮੀ ਪੰਜਾਬ ਤੋਂ ਹੈ, ਜਾਂ ਜਿਸ ਨੂੰ ਆਪਾਂ ਕਹਿ ਦਿੰਦੇ ਹਾਂ ਕੋਈ ਪਾਰਸੀ ਹੈ, ਅਰਬੀ ਹੈ, ਸਭ ਆਪਣੀ ਆਪਣੀ ਬੋਲੀ ਜ਼ਰੂਰ ਬੋਲੋ। ਔਰ ਆਪਣੀ ਬੋਲੀ ਨੂੰ ਜੋ ਮਾਤਾ ਪਿਤਾ ਵੱਲੋਂ ਮਿਲੀ ਹੈ ਉਹਨੂੰ ਸੰਭਾਲ ਕੇ ਰੱਖੋ, ਉਹਨੂੰ ਅੱਗੇ ਪਹੁੰਚਾਉਣਾ ਇਹ ਸਾਡਾ ਧਰਮ ਹੈ। ਕੱਲ ਜਿਹਦੀ ਮੈਂ ਵੀਡੀਓ ਦੀ ਗੱਲ ਤੁਹਾਡੇ ਨਾਲ ਕੀਤੀ ਹੈ ਨਾ, ਤੁਸੀਂ ਬਾਅਦ ਚ ਦੇਖ ਲੈਣ ਡਾਕੂਮੈਂਟਰੀ ਵਿੱਚ, ਉਸ ਡਾਕੂਮੈਂਟਰੀ ਦਾ ਜਿਹੜਾ ਮੁੱਖ ਹੈ ਨਾ, ਉਹ ਲੀ ਬਰਗਰ ਹੈ, ਲੀ ਬਰਗਰ ਕਰਕੇ ਉਹਦਾ ਨਾਮ ਹੈ। ਉਹਨੂੰ ਉਸ ਗੁਫਾ ਦਾ ਪਤਾ ਲੱਗਾ, ਔਰ ਪਤਾ ਦੱਸਣ ਵਾਲੇ ਬੰਦੇ ਰਾਤ ਨੂੰ 10 ਵਜੇ ਉਹਦੇ ਘਰ ਗਏ। ਉਹਨਾਂ ਨੇ ਦੱਸਿਆ ਵੀ ਕਿਹੜੀ ਗੁਫਾ ਵਿੱਚ ਕਿਹੜੀ ਚੀਜ਼ ਲੱਭੀ ਹੈ। ਉਹ ਕਹਿੰਦਾ ਮੈਂ ਰਾਤ ਦੇ 1 ਵਜੇ ਤੱਕ ਸੋਚਦਾ ਰਿਹਾ। ਉਹਦੀ ਇੱਕ ਗੱਲ ਸਿਰਫ ਇੱਕੋ ਹੀ ਕਹਾਂਗਾ, ਉਹ ਕਹਿੰਦਾ ਮੈਂ ਸੋਚਿਆ ਵੀ ਜੇ ਇਸ ਚੀਜ਼ ਨੂੰ ਮੈਂ ਅੱਜ ਵੇਲੇ ਨਾਲ ਨਾ ਕੱਢਿਆ, ਗੁਫਾ ਵਿੱਚ ਪਾਣੀ ਪੈ ਗਿਆ, ਤੇ ਮੈਨੂੰ ਮੇਰਾ ਇਤਿਹਾਸ ਮਾਫ ਨਹੀਂ ਕਰੇਗਾ। ਚੇਤੇ ਰੱਖਣਾ, ਮੈਂ ਸਭ ਨੂੰ ਕਹਿੰਦਾ ਹੁੰਦਾ ਕਿ ਪੈਸੇ ਬੱਚਿਆਂ ਨੇ ਕਮਾ ਲੈ ਲਏ ਨੇ, ਇਹਦੀ ਚਿੰਤਾ ਮਤ ਕਰੋ।
ਪਰ ਬੱਚਿਆਂ ਨੂੰ ਬੋਲੀ ਦੁਬਾਰਾ ਨਹੀਂ ਲੱਭਣੀ। ਆਪਾਂ ਵੱਡਾ ਸਾਰਾ ਘਰ ਨਹੀਂ ਦੇ ਕੇ ਜਾਵਾਂਗੇ ਮਰਨ ਤੋਂ ਪਹਿਲਾਂ, ਕੋਈ ਫਰਕ ਨਹੀਂ ਪੈਣਾ। ਪਰ ਇਹ ਜਿਹੜੀ ਬੋਲੀ ਤੁਹਾਨੂੰ ਤੁਹਾਡੇ ਮਾਤਾ ਪਿਤਾ, ਨਾਨਾ ਨਾਨੀ, ਚਾਚਾ ਚਾਚੀ, ਭੂਆ ਫੁੱਫੜ, ਤੁਹਾਡੇ ਪਰਿਵਾਰ ਨੇ ਤੁਹਾਨੂੰ ਦਿੱਤੀ ਹੈ, ਜਿਹੜੀ ਤੁਹਾਡੇ ਪਾਸ ਹੈ, ਤੁਹਾਡੇ ਅੰਦਰ ਹੈ, ਜੇ ਤੁਹਾਡੇ ਬੱਚਿਆਂ ਨੂੰ ਨਾ ਮਿਲੀ ਤੇ ਇਹ ਦੁਬਾਰਾ ਕਿਸੇ ਨੇ ਨਹੀਂ ਦੇਣੀ। ਮੈਂ ਲਿਖ ਕੇ ਦੇ ਸਕਦਾ ਕਿ ਜਿਹੜੀ ਬੋਲੀ ਕੇਵਲ ਜਨਮ ਜਾਤ ਤੋਂ ਆਉਂਦੀ ਹੈ। ਤੁਸੀਂ ਜਿੰਨੀ ਮਰਜ਼ੀ ਦੂਜੀ ਬੋਲੀ ਲੋੜ ਅਨੁਸਾਰ ਸਿੱਖ ਲਓ, ਇਹ ਆ ਜਾਣੀ ਹੈ। ਤਾਂ ਗੁਰੂ ਪਿਆਰਿਓ, ਮੈਂ ਇਸ ਤੋਂ ਅੱਗੇ ਆਰੰਭ ਹੁੰਦਾ ਹਾਂ ਜੀ। ਹਾਂ, ਫੇਰ ਖਿਮਾ ਕਰਨਾ, ਮੈਨੂੰ ਜਿੰਨਾ ਕੁ ਆਉਂਦਾ ਹੈ ਔਰ ਜਿੰਨਾ ਮੇਰੀ ਪਕੜ ਵਿੱਚ ਹੈ, ਮੈਂ ਉਤਨੀ ਕੁ ਗੱਲ ਕਰਦਾ। ਕਿਸੇ ਨੂੰ ਮੇਰੀ ਗੱਲ ਨਾ ਪਸੰਦ ਆਵੇ, ਕੋਈ ਗੱਲ ਨਹੀਂ, ਉਹ ਮੈਨੂੰ ਕੁਝ ਵੀ ਕਹਿ ਸਕਦਾ ਹੈ, ਕਿਉਂਕਿ ਮੈਨੂੰ ਕੋਈ ਫਰਕ ਨਹੀਂ। ਮੈਂ ਗੁਰੂ ਨਾਨਕ ਦਾ ਇੱਕ ਚੌਕੀਦਾਰ ਹਾਂ। ਮੈਂ ਜੋ ਸਮਝਿਆ ਹੈ ਉਹ ਮੈਂ ਦੱਸਣਾ ਹੈ। ਔਰ ਇਹ ਜਿਹੜੀ ਕਮੀ ਹੈ, ਇਹ ਪੂਰੇ ਇੱਕ ਦੇਸ਼ ਵਿੱਚ ਨਹੀਂ ਹੈ, ਇਹ ਘਰ ਘਰ ਵਿੱਚ ਹੈ, ਉਹ ਹਰ ਦੇਸ਼ ਵਿੱਚ ਹੈ ਜੀ। ਅੱਗੇ ਚੱਲਦੇ ਹਾਂ। ਸਤਵਾਂ ਹੈ, ਇਹ ਬਹੁਤ ਪਿਆਰੀ ਗੱਲ ਹੈ। ਜਿਹੜੀ ਸਤਵੀਂ ਹੈ ਕਿ ਸਭ ਬੋਲੀਆਂ ਕਾਲਾਂਤਰ ਵਿੱਚ, ਮੈਂ ਪਹਿਲਾਂ ਸਾਰੀਆਂ ਲਿਖਿਆ, ਫਿਰ ਸਭ ਬੋਲੀਆਂ ਕੀਤਾ, ਸਾਰੀਆਂ ਦੇ ਥਾਂ ਤੇ ਸਭ ਕੀਤਾ। ਇਹ ਮੈਂ ਇਸ ਤਰ੍ਹਾਂ ਕਿਉਂ ਕਰਦਾ? ਕਿਉਂਕਿ ਸਾਰੀਆਂ ਵੀ ਪੰਜਾਬੀ ਹੈ ਤੇ ਸਭ ਵੀ ਪੰਜਾਬੀ ਸ਼ਬਦ ਹੈ, ਪਰ ਗੁਰਬਾਣੀ ਵਿੱਚ ਸਾਰੀਆਂ ਦੀ ਥਾਂ ਤੇ ਸਭ ਸ਼ਬਦ ਬਹੁਤ ਜ਼ਿਆਦਾ ਹੈ। ਤੋਂ ਮੈਂ ਆਪਣੀ ਪੰਜਾਬੀ ਵਿੱਚੋਂ ਵੀ ਜਿਹੜੀ ਗੁਰਬਾਣੀ ਨਾਲ ਪੰਜਾਬੀ ਸ਼ਬਦ ਜੁੜਦਾ ਹੈ, ਉਸ ਨੂੰ ਪਹਿਲ ਦਿੰਦਾ ਹਾਂ, ਤਾਂ ਕਿ ਮੇਰੀ ਗੁਰੂ ਨਾਨਕ ਦੀ ਬੋਲੀ, ਗੁਰੂ ਨਾਨਕ ਦੀ ਜੋ ਅੰਮ੍ਰਿਤ ਬਾਣੀ ਵਿੱਚ ਸ਼ਬਦ ਹਨ, ਉਹ ਅੱਗੇ ਪਹੁੰਚਣ, ਤਾਂ ਕਿ ਉਸ ਬਾਣੀ ਤੋਂ ਵੱਧ ਸਮਝ ਕੇ ਲਾਹਾ ਲਿਆ ਜਾ ਸਕੇ। ਆ ਵਿੱਚ ਕੱਟਦਾ ਵੀ ਹਾਂ, ਕਾਲਾਂਤਰ ਕੱਟਿਆ, ਫਿਰ ਕਾਲ ਭ ਕੱਟਿਆ, ਫਿਰ ਕਾਲ ਵੀ ਕੱਟਿਆ, ਇਹ ਵੀ ਖਿਮਾ ਕਰਨਾ। ਇੱਕ ਵਾਰੀ ਪਿੱਛੇ ਆ ਮੇਰੇ ਹੈ ਨੇ, ਮੇਰੇ ਵੱਡੇ ਵੀਰ ਨੇ, ਉਹਨਾਂ ਕਿਹਾ ਸੀ ਕਿ ਸੁਆਰ ਕੇ ਨਹੀਂ ਲਿਖਿਆ, ਖਿਮਾ ਕਰਨਾ। ਮੈਂ ਕਹਿੰਦਾ ਵੀ ਇਤਨਾ ਵੀ ਲਿਖਿਆ ਜਾਵੇ ਤਾਂ ਬਹੁਤ ਹੈ, ਬਹੁਤ ਔਖਾ ਲਿਖਿਆ ਜਾਂਦਾ ਹੈ, ਕਿਉਂਕਿ ਦਾਸ ਸਭ ਗੱਲਾਂ ਸਾਰੇ ਗ੍ਰੰਥਾਂ ਵਿੱਚੋਂ ਚੁਣ ਕੇ, ਫਿਰ ਸਮਝ ਕੇ, ਫਿਰ ਉਹ ਸਾਡੀ ਪੰਜਾਬੀ ਵਿੱਚ, ਸਾਡੀ ਗੁਰਬਾਣੀ ਨਾਲ ਕਿਵੇਂ ਜੁੜਦੀ ਹੈ, ਉਹ ਸਭ ਗੱਲਾਂ ਨੂੰ ਸੋਚਣ ਵਿੱਚ, ਵਿਚਾਰਨ ਵਿੱਚ, ਲਿਖਣ ਵਿੱਚ, ਇਹ ਸਾਰਾ ਕੁਝ ਹੁੰਦਾ ਹੈ। ਤੇ ਇਸ ਨੂੰ ਤੁਸੀਂ ਇਹ ਅਧਿਐਨ ਦਾ ਇੱਕ ਹਿੱਸਾ ਹੈ। ਸਹੀ ਕਰਨਾ, ਅਸਹੀ ਹੋ ਜਾਣਾ, ਸ਼ੁੱਧ ਕਰਨਾ, ਅਸ਼ੁੱਧ ਹੋਣਾ, ਇਹ ਹਿੱਸਾ ਹੈ। ਮੈਂ ਅੱਗੇ ਚੱਲਦਾ। ਸਭ ਬੋਲੀਆਂ ਕਾਲਾਂਤਰ ਵਿੱਚ, ਇਹ ਕੁਝ ਨਵੇਂ ਸ਼ਬਦ ਦਾਸ ਨੇ ਵਿਦਵਾਨਾਂ ਤੋਂ ਲਏ ਹਨ, ਜਿਹੜੇ ਬਾਰ-ਬਾਰ ਵਰਤਨੇ ਹਨ। ਆਪ ਜੀ ਇਹਨਾਂ ਨੂੰ ਮੇਰੇ ਤੋਂ ਵੀ ਵਧੀਆ ਕਰ ਲੈਣਾ। ਕਾਲਾਂਤਰ ਦਾ ਅਰਥ ਹੁੰਦਾ ਕਾਲ ਦੇ ਅੰਤਰ ਵਿੱਚ। ਜਿਵੇਂ ਆਪਣੀ ਬੋਲੀ 'ਚ ਅਸੀਂ ਇਸ ਤਰ੍ਹਾਂ ਬੋਲਦੇ ਹਾਂ, ਸਮੇਂ ਦੇ ਫੇਰ ਨਾਲ। ਉਹ ਸਮੇਂ ਦੇ ਫੇਰ ਨਾਲ ਉਹ ਗੱਲ ਇਤਨੀ ਸਾਹਿਤਿਕ ਤੇ ਮਜ਼ਬੂਤ ਨਹੀਂ ਬਣਦੀ। ਤੇ ਮੈਂ ਫਿਰ ਕੁਝ ਸ਼ਬਦ ਨਵੇਂ ਲਏ ਹਨ ਕਿ ਸਭ ਬੋਲੀਆਂ ਕਾਲਾਂਤਰ ਵਿੱਚ ਕਈ ਕਾਰਨਾਂ ਕਰਕੇ ਆਪਣੇ ਆਪ ਬਦਲ ਜਾਂਦੀਆਂ ਹਨ। ਬੋਲੀ ਨੂੰ ਪਕੜ ਕੇ ਨਹੀਂ ਰੱਖਿਆ ਜਾ ਸਕਦਾ। ਬੋਲੀਆਂ ਬਦਲਦੀਆਂ ਹਨ। ਇੱਥੇ ਮੈਂ ਫਿਰ ਦੁਬਾਰਾ ਆਵਾਂਗਾ। ਭਾਵੇਂ ਵਕਤਾ ਚਾਹੇ ਜਾਂ ਨਾ, ਇੱਥੇ ਬਿੰਦੀਆਂ ਲਾਣੀਆਂ ਸੀ। ਭਾਵੇਂ ਉਹ ਕੋਈ ਵਕਤਾ ਚਾਹੇ, ਭਾਵੇਂ ਨਾ ਚਾਹੇ, ਪਰ ਸਹਿਜੇ ਸਹਿਜੇ ਜਿਵੇਂ ਜਿਵੇਂ ਕਾਲ ਬੀਤਦਾ ਹੈ, ਕਾਲਾਂਤਰ ਵਿੱਚ ਅਰਥ ਹੈ ਜਿਵੇਂ ਜਿਵੇਂ ਕਾਲ ਬੀਤਦਾ ਹੈ, ਦਹਾਕੇ ਬਦਲਦੇ ਹਨ, ਸਦੀਆਂ ਬਦਲਦੀਆਂ ਹਨ। ਉਸ ਵਿੱਚ ਕਈ ਕਾਰਨ ਹਨ।
ਜਿਵੇਂ ਰਾਜਨੀਤਿਕ ਬਦਲਾਵ ਹੋ ਜਾਣਾ, ਪੰਜਾਬੀ ਉੱਤੇ ਜਿਹੜਾ ਅੰਗਰੇਜ਼ੀ ਦਾ ਪ੍ਰਭਾਵ ਹੈ ਇਹ ਰਾਜਨੀਤਿਕ ਬਦਲਾਵ ਹੈ, ਉਹਦੇ ਕਰਕੇ ਆਇਆ। ਇੱਕ ਕਾਰਨ ਹੋ ਸਕਦਾ ਹੈ ਪਰਦੇਸੀ ਲੋਕਾਂ ਦਾ ਆ ਕੇ ਪੱਕਾ ਵਸੇਬਾ ਹੋਣਾ, ਪਰਦੇਸੀ ਲੋਕਾਂ ਦਾ ਆ ਕੇ ਪੱਕਾ ਵਸੇਬਾ ਕਰ ਲੈਣਾ, ਪੱਕੇ ਵਸ ਜਾਣਾ। ਉਹ ਲੋਕ ਆਉਂਦੇ ਹਨ, ਉਹ ਆਪਣੀ ਬੋਲੀ ਲੈ ਕੇ ਆਉਂਦੇ ਹਨ, ਆਪਣਾ ਉਹ ਸੱਭਿਆਚਾਰ ਵੀ ਲੈ ਕੇ ਆਉਂਦੇ ਹਨ, ਸੰਸਕ੍ਰਿਤੀ ਲੈ ਕੇ ਆਉਂਦੇ ਹਨ, ਜਿਸ ਕਰਕੇ ਬੋਲੀ ਬਦਲਦੀ ਹੈ। ਇੱਕ ਕਾਰਨ ਇਹ ਹੈ ਕਿ ਪ੍ਰਚਲਿਤ ਵਸਤੂਆਂ ਦਾ ਸਹਿਜੇ ਸਹਿਜੇ ਲੋਪ ਹੋ ਜਾਣਾ, ਨਵੀਆਂ ਵਸਤੂਆਂ, ਉਹਨਾਂ ਦੇ ਨਵੇਂ ਨਾਮ ਆ ਜਾਣੇ। ਬੋਲੀ ਬਦਲਣ ਦੇ ਕਈ ਕਾਰਨ ਹਨ। ਇਹਨਾਂ 3-4 ਕਾਰਨਾਂ ਤੋਂ ਬਾਅਦ ਹੁਣ ਅੱਗੇ ਜਾ ਕੇ ਫਿਰ ਕਦੀ ਵਿਆਖਿਆ ਕਰਾਂਗੇ, ਕਿਉਂਕਿ ਇੱਥੇ ਮੈਂ ਆਪ ਨੂੰ ਦੱਸਿਆ ਸੀ ਸਭ ਭੂਮਿਕਾ ਜੈਸਾ ਹੈ, ਤਾਂ ਤੁਸੀਂ ਦੇਖ ਲੈਣਾ ਹੋਰ ਵਿਚਾਰ ਕੇ ਕਿ ਕਿਹੜੇ-ਕਿਹੜੇ ਕਾਰਨ ਹਨ। ਔਰ ਇੱਥੇ ਜਿਵੇਂ ਇੱਕ ਸਾਡੇ ਹੋਰ ਬੋਲੀ ਨਵੀਂ ਪੈਦਾ ਹੋਈ ਹੈ ਭਾਰਤ ਦੇ ਅੰਦਰ, ਉੱਤਰੀ ਭਾਰਤ ਵਿੱਚ, ਜਿਸ ਨੂੰ ਉਰਦੂ ਆਖਦੇ ਹਨ। ਅੱਜ ਇੱਕ ਬੋਲੀ ਦਾ ਨਾਮ ਹੈ ਉਰਦੂ। ਉਹ ਇਸੇ ਕਰਕੇ ਆਏ ਕਿ ਜਦੋਂ ਇੱਥੋਂ ਪਾਰਸੀ ਲੋਕ, ਈਰਾਨੀ, ਅਫਗਾਨੀ ਲੋਕ ਆ ਕੇ ਪੱਕੇ ਵਸ ਗਏ ਤੇ ਉਹਨਾਂ ਪਾਸ ਪਾਰਸੀ ਬੋਲੀ ਸੀ, ਜਿਹਨੂੰ ਫਾਰਸੀ ਆਖਦੇ ਨੇ। ਮੈਂ ਉਹਦਾ ਮੂਲ ਰੂਪ ਪਾਰਸੀ ਹੀ ਵਰਤਦਾ ਹਾਂ। ਤੇ ਉਹ ਇੱਥੇ ਫਿਰ ਜਦੋਂ ਵਸੇ ਲੰਬੀ ਕਹਾਣੀ ਹੈ ਕਿ ਉਸ ਸੰਕੜੇ ਸਦੀਆਂ ਦੇ ਵਿੱਚ ਉਹਦੇ ਵਿੱਚ ਸ਼ਬਦਾਵਲੀ ਪਾਰਸ ਵਾਲੀ ਲੈ ਲਈ ਤੇ ਵਿਆਕਰਨ ਭਾਰਤੀ ਲੈ ਲਿਆ, ਤੇ ਦੋਵਾਂ ਦੇ ਮੇਲ ਤੋਂ ਇੱਕ ਨਵੀਂ ਬੋਲੀ ਬਣ ਗਈ। ਅੱਜ ਕੋਈ ਵੀ ਉਰਦੂ ਬੋਲਦਾ ਹੋਵੇਗਾ, ਤੁਸੀਂ ਦੇਖ ਲੈਣਾ ਉਹਦੀ ਸਾਰੀ ਬੋਲੀ ਹਿੰਦੀ ਜੈਸੀ ਹੈ। ਕੁਝ ਪੰਜਾਬੀ ਉਰਦੂ ਵਾਲੇ ਹਨ, ਉਹਨਾਂ ਦੀ ਬੋਲੀ 'ਚ ਜਿਹੜੀ ਵਿਆਕਰਨ ਹੈ ਉਹ ਪੰਜਾਬੀ ਹੈ, ਵਿੱਚ ਸ਼ਬਦ ਜਿਹੜੇ ਨੇ ਉਹ ਪਾਰਸੀ ਹਨ। ਤਾਂ ਇਸ ਪ੍ਰਕਾਰ ਜਿਹੜੀਆਂ ਬੋਲੀਆਂ ਨੇ ਉਹ ਬਦਲ ਜਾਂਦੀਆਂ ਹਨ। ਤਾਂ 8ਵੇਂ ਸਥਾਨ ਤੇ ਦਾਸ ਨੇ ਇੱਕ ਹੋਰ ਚੀਜ਼ ਬੜੀ ਸੰਖੇਪ ਜਿਹੀ ਇੱਥੇ ਲਿਖੀ ਹੈ, ਮੈਂ ਸੰਖੇਪ ਹੀ ਕਹਿ ਕੇ ਚਲਿਆ ਜਾਵਾਂਗਾ, ਕਿ ਲਿਪੀਆਂ ਨੂੰ ਵਿਗਿਆਨਕ ਵਿਧੀ ਨਾਲ ਤਿਆਰ ਕਰਨਾ। ਇਹ ਉਹਨਾਂ ਨੇ ਲਿਖਿਆ ਓਹਾਇਓ ਯੂਨੀਵਰਸਿਟੀ ਵਾਲਿਆਂ ਨੇ, ਕਿਉਂਕਿ ਮੈਂ ਆਪ ਜੀ ਨੂੰ ਦੱਸਿਆ ਸੀ ਕਿ ਸਾਡੀ ਗੁਰੂ ਨਾਨਕ ਸਿੱਖ ਸਭਾ ਦੀ ਜਿਹੜੀ ਲੋੜ ਹੈ ਉਹ ਗੁਰਬਾਣੀ ਲਈ ਬਹੁਤ ਵੱਡੀ ਹੈ। ਤਾਂ ਸਾਡੀ ਉਸ ਲੋੜ ਵਿੱਚ ਆਪ ਜੀ ਨੇ ਇਹ ਗੱਲ ਥੋੜਾ ਆਪਣੇ ਸੋਚ ਵਿੱਚ ਰੱਖਣੀ ਕਿ ਜਿਹੜੀ ਲਿਪੀ ਹੈ ਉਸ ਨੂੰ ਵਿਗਿਆਨਕ ਵਿਧੀ ਨਾਲ ਨਵੇਂ ਸਿਰੇ ਤੋਂ ਤਿਆਰ ਕਰਨਾ ਹੈ। ਕਿਉਂਕਿ ਗੁਰੂ ਕਾਲ ਅੰਦਰ ਜਿਤਨੀ ਕੋ ਲੋੜ ਸੀ ਗੁਰੂ ਜੀ ਨੂੰ, ਉਹਨਾਂ ਨੇ ਗੁਰਬਾਣੀ ਵਿੱਚ ਵੀ ਵਰਤੀ ਤੇ ਆਪਣਾ ਹੁਕਮਨਾਮਿਆਂ ਆਦਿਕ ਵਿੱਚ ਉਸ ਕਾਲ ਦੇ ਸਿੱਖਾਂ ਨੇ ਜਾਂ ਜਿਤਨੇ ਵੀ ਲੋਕ ਸੀ ਵਰਤਦੇ ਸੀ। ਪਰ ਹੁਣ ਜਿਸ ਬੋਲੀ ਵਿੱਚ ਅਸੀਂ ਵਿਆਕਰਨ ਲਿਖਣੇ ਹਨ, ਸ਼ਬਦਕੋਸ਼ ਲਿਖਣੇ ਹਨ, ਜਿਸ ਲਿਪੀ ਨੂੰ ਪੂਰੇ ਜਗਤ ਵਿੱਚ ਭੇਜਣਾ ਹੈ ਕਿ ਉਹ ਐਸਾ ਕੁਛ, ਤੇ ਇਹ ਗੱਲਾਂ ਵੀ ਦਾਸ ਨੇ, ਵੈਸੇ ਮੈਂ ਯਤਨ ਕਰਾਂਗਾ ਅਗਲੀ ਵਾਰੀ ਜੇ ਐਸਾ ਕੁਝ ਹੋ ਸਕਿਆ ਕਿ ਅੱਜ ਤੋਂ ਪਹਿਲਾਂ ਜਿਤਨਾ ਅਧਿਐਨ ਕੀਤਾ ਹੈ ਉਹਨਾਂ ਪੁਸਤਕਾਂ ਦੇ ਦਰਸ਼ਨ ਪਰਸਨ ਕਰਾਏ ਜਾਣ, ਤਾਂ ਕਿ ਜਿਹੜੇ ਬਾਕੀ ਸੱਜਣ ਨੇ ਉਹਨਾਂ ਪੁਸਤਕਾਂ ਨੂੰ ਪੜ੍ਹ ਕੇ ਡੂੰਘਾ ਅਧਿਐਨ ਜਿਹੜਾ ਹੈ ਉਹ ਕਰ ਸਕਣ। ਤੇ ਜਿਵੇਂ ਮੈਂ ਇਹ ਕੇਵਲ ਇੱਕ ਇੱਥੇ ਦਿੱਤਾ ਹੋਇਆ, ਆ ਹੁਣ ਸਾਡੇ ਸਾਰੇ ਵਿਦਿਆਲਿਆਂ ਵਿੱਚ ਇਸੇ ਤਰ੍ਹਾਂ ਹੀ ਪ੍ਰਚਲਿਤ ਹੈ। ਇਹਨੂੰ ਕਹਿੰਦੇ ਨੇ ਸੱਸੇ ਪੈਰੀ ਬਿੰਦੀ, ਖੱਖੇ ਪੈਰੀ ਬਿੰਦੀ, ਗੱਗੇ ਪੈਰੀ ਬਿੰਦੀ, ਜੱਜੇ ਪੈਰੀ ਬਿੰਦੀ, ਫੱਫੇ ਪੈਰੀ ਬਿੰਦੀ, ਲੱਲੇ ਪੈਰੀ ਬਿੰਦੀ। ਉਹ ਬਿੰਦੀ ਲਾ ਕੇ ਕੰਮ ਚੱਲ ਗਿਆ, ਪਰ ਵਾਸਤਵ ਦੇ ਵਿੱਚ ਇਹ ਵਿਗਿਆਨਕ ਵਿਧੀ ਨਹੀਂ ਹੈ। ਜੇ ਵਿਗਿਆਨਕ ਵਿਧੀ ਸਮਝਣੀ ਹੈ ਤੇ ਮੈਂ ਇੱਕ ਸ਼ਬਦ ਬੋਲਣ ਲੱਗਾ, IPA। I ਦਾ ਅਰਥ ਇੰਟਰਨੈਸ਼ਨਲ, P ਦਾ ਅਰਥ ਫੋਨੈਟਿਕ, A ਦਾ ਅਰਥ ਐਸੋਸੀਏਸ਼ਨ, ਇੰਟਰਨੈਸ਼ਨਲ ਫੋਨੈਟਿਕ ਐਸੋਸੀਏਸ਼ਨ। ਤੁਸੀਂ ਪਾਵੋਗੇ, ਉੱਥੇ ਜਾ ਕੇ ਦੇਖਣਾ ਦਾਸ ਨੇ ਉਹਨਾਂ ਤੋਂ ਪਹਿਲੀ ਵਾਰੀ ਇਹ ਗੱਲ ਸੁਣੀ ਤੇ ਫਿਰ ਮੈਂ ਸਮਝੀ, ਤੇ ਉੱਥੋਂ ਸਮਝ ਕੇ ਮੈਂ ਨਕਲ ਨਹੀਂ ਕਰਦਾ ਹੁੰਦਾ,
ਮੈਂ ਉੱਥੋਂ ਇੱਕ ਵਿਧੀ ਲੈਂਦਾ ਹਾਂ ਤੇ ਫਿਰ ਉਸ ਵਿਧੀ ਨੂੰ ਆਪਣੀ ਬੋਲੀ 'ਚ ਕਿਵੇਂ ਲਾਗੂ ਕਰਨਾ ਹੈ ਜਾਂ ਲਿਪੀ ਵਿੱਚ ਸਾਡੀ ਕੀ ਲੋੜ ਹੈ। ਤਾਂ ਉਸ ਉੱਥੋਂ ਫਿਰ ਮੈਂ ਇਹ ਚੀਜ਼ਾਂ ਕਰਕੇ ਤੇ ਇੱਥੇ ਆਪ ਜੀ ਨੂੰ ਦੱਸ ਦਿੰਦਾ ਕਿ ਜੋ ਗੁਰੂ ਨਾਨਕ ਸਿੱਖ ਸਭਾ ਇਨਕਾਰਪੋਰੇਟਡ USA ਨੇ ਨਵੇਂ ਫੌਂਟ ਤਿਆਰ ਕਰ ਲਏ ਹੋਏ ਹਨ ਔਰ ਅਸੀਂ ਲਿਪੀ ਦੀਆਂ ਜਿਤਨੀਆਂ ਕਮਜ਼ੋਰੀਆਂ ਸਾਨੂੰ ਦ੍ਰਿਸ਼ਟੀਗੋਚਰ ਹੋਈਆਂ ਜਾਂ ਜੋ ਸਾਡੀ ਲੋੜ ਹੈ ਗੁਰਬਾਣੀ ਵਾਸਤੇ, ਅਸੀਂ ਉਸ ਨੂੰ ਉਸ ਰੂਪ ਵਿੱਚ ਤਿਆਰ ਕੀਤਾ। ਜਿਹੜੇ ਅੱਖਰ ਚਿੰਨ੍ਹ ਸਾਨੂੰ ਲੱਗੇ ਵੀ ਬਦਲਨੇ ਹਨ, ਅਸੀਂ ਉਸ ਨੂੰ ਬਦਲਿਆ ਤਾਂ ਕਿ ਅਸੀਂ ਗੁਰਬਾਣੀ ਦੇ ਗਿਆਨ ਨੂੰ ਵੱਧ ਤੋਂ ਵੱਧ ਸਹੀ ਰੂਪ ਵਿੱਚ ਦੇਸ਼ ਵਿਦੇਸ਼ ਵਿੱਚ ਭੇਜ ਸਕੀਏ। ਤੇ ਇਹ ਮੈਂ ਇੱਥੇ ਲਿਖਿਆ ਕਿ ਲਿਪੀ ਦੇ ਇੱਕ ਚਿੰਨ੍ਹ ਨੂੰ ਇੱਕ ਬੋਲ, ਆ ਅੱਗੇ ਲਿਖਿਆ ਨਾ, ਇੱਕ ਬੋਲ ਲਈ ਇੱਕ ਚਿੰਨ੍ਹ ਨਿਰਧਾਰਿਤ ਕਰਨਾ ਚਾਹੀਦਾ ਹੈ। ਇਹ ਵਿਆਖਿਆ ਫਿਰ ਕਰਾਂਗੇ। ਤਾਂ ਇੱਥੇ ਮੈਂ ਇੱਕ ਹੋਰ ਚੀਜ਼ ਵੀ ਆਪ ਜੀ ਨੂੰ ਦੱਸ ਦਿੰਦਾ ਹਾਂ। 2021 ਤੋਂ ਪਹਿਲਾਂ ਦੀਆਂ ਪੜ੍ਹੀਆਂ ਪੁਸਤਕਾਂ ਵਿੱਚ ਮੇਰੀ ਆਪਣੀ ਲਿਖਤ ਅਸ਼ੁੱਧ ਨਿਕਲੀ ਹੈ, ਜਿਸ ਨੂੰ ਸੰਵਾਰਨ ਦੀ ਲੋੜ ਹੈ। ਮੈਂ ਇੱਥੇ ਸੁਚੇਤ ਕਰ ਰਿਹਾ। ਮੇਰੀਆਂ ਕੁਝ ਪੁਸਤਕਾਂ ਜਿਨ੍ਹਾਂ ਦੀ PDF ਬਣ ਚੁੱਕੀ ਹੈ, ਅਗਰ ਉਹ 2021 ਤੋਂ ਹਨ ਤੇ ਉਹਦੇ ਵਿੱਚੋਂ ਮੈਂ ਇੱਥੇ ਗੱਲ ਥੋੜੀ ਬਹੁਤ ਸਹੀ ਨਹੀਂ ਲਿਖੀ ਕਿ ਕੁਝ ਚੀਜ਼ਾਂ ਐਸੀਆਂ ਹਨ ਜੋ ਵਿਗਿਆਨਕ ਵਿਧੀ ਨਾਲ ਇਸ ਲਿਪੀ ਦੇ ਅਨੁਸਾਰ ਨਹੀਂ, ਤੇ ਜਿਹਦੇ ਵਿੱਚ ਜਿਹੜੇ ਸ਼ਬਦ ਜੋੜ ਹਨ ਉਹ ਵਾਸਤਵ ਦੇ ਵਿੱਚ ਜੈਸੇ ਹੋਣੇ ਚਾਹੀਦੇ ਸੀ ਉਹ ਨਹੀਂ ਹਨ। ਕਿਉਂਕਿ 19-20 ਤੱਕ ਮੈਂ ਉਹ ਹੀ ਵਿਆਕਰਨ ਵਰਤਦਾ ਸੀ, ਨਾਮ, ਪੜਨਾਮ, ਕਿਰਿਆ, ਵਿਸ਼ੇਸ਼ਣ, ਸੰਯੁਕਤ ਕਿਰਿਆ, ਤੇ ਜਿਨ੍ਹਾਂ ਨੂੰ ਆਪਾਂ ਕੀ ਕਹਿ ਦਿੰਦੇ ਹੁੰਦੇ ਆ, ਕਾਰਕ, ਫਿਰ ਸਹਾਇਕ ਕਿਰਿਆਵਾਂ, ਫਿਰ ਇੱਕ ਹੋਰ ਸ਼ਬਦ ਮੈਨੂੰ ਘੁੰਮ ਰਿਹਾ ਹੈ। ਤੋ ਜਦੋਂ ਮੈਂ ਲੰਬੀ ਚੌੜੀ ਪੜਤਾਲ ਕੀਤੀ ਤੇ ਫਿਰ ਮੈਂ ਇੱਕ ਹੋਰ ਚੀਜ਼ ਨਵੀਂ ਲੱਭੀ ਹੈ। ਬਹੁਤ ਕੁਛ ਆ, ਕਦੀ ਮੈਂ ਫਿਰ ਆਪ ਨੂੰ ਦਿਖਾਵਾਂਗਾ ਕਿ ਜਿਹੜਾ ਵਿਆਕਰਨ ਅੱਜ ਵੀ ਸਾਡਾ ਪੰਜਾਬੀ ਵਿੱਚ ਛਪ ਰਿਹਾ ਹੈ ਨਾ, ਇਹਦੀ ਜਿਹੜੀ ਪਰਿਭਾਸ਼ਿਕ ਸ਼ਬਦਾਵਲੀ ਹੈ ਤੇ ਜਾਂ ਜੋ ਉਹਦੇ ਚ ਗਿਆਨ ਪਿਆ ਹੋਇਆ ਹੈ, ਉਹ 1800 ਸਦੀ ਵਿੱਚ ਜਿਹੜਾ ਗੋਰਿਆਂ ਨੇ ਸਿੱਖਿਆ ਸਮਝਿਆ ਸੀ, ਫਿਰ ਅੱਗੋਂ ਉਹਨਾਂ ਤੋਂ ਹਿੰਦੀਆਂ ਨੇ ਲੈ ਲਿਆ, ਅੱਗੋਂ ਬਹੁਤ ਕੁਝ ਸਾਡੇ ਵਿੱਚ ਵੀ ਜਿਉਂਦਾ ਤਿਉਂ ਹੈ ਜੋ ਵਾਸਤਵ ਦੇ ਵਿੱਚ ਸਹੀ ਨਹੀਂ ਹੈ। ਬਹੁਤ ਕੁਝ ਉਹਦੇ ਚ ਸਹੀ ਨਹੀਂ ਹੈ। ਜੋ ਸਹੀ ਨਹੀਂ ਉਹਨੂੰ ਸੰਵਾਰਨ ਦੀ ਲੋੜ ਹੈ। ਤਾਂ ਮੈਂ ਇੱਥੇ ਇੱਕ ਅੱਗੇ ਤੁਹਾਨੂੰ ਦਿਖਾਉਂਦਾ ਹਾਂ। ਮੈਂ ਗੱਲ ਤਾਂ ਇੱਥੇ ਕਰ ਰਿਹਾ ਕਿ ਮੇਰਾ ਖੁਦ ਕਈ ਚੀਜ਼ਾਂ ਜਿਹੜੀਆਂ ਨੇ, ਜਦੋਂ ਮੈਂ ਡੂੰਘਾ ਅਧਿਐਨ ਕੀਤਾ ਤੇ ਮੈਂ ਮਹਿਸੂਸ ਕੀਤਾ ਕਿ ਮੇਰੀਆਂ ਆਪਣੀਆਂ ਚੀਜ਼ਾਂ ਜਿਹੜੀਆਂ ਜੋ ਮੈਂ ਸਿੱਖੀਆਂ ਸੀ ਕਾਲਜਾਂ ਤੋਂ, ਯੂਨੀਵਰਸਿਟੀ ਤੋਂ, ਉਹ ਖਰਾਬ ਹੋ ਗਈਆਂ। ਵਿਆਕਰਨਾਂ ਵਿੱਚੋਂ ਜੋ ਸਿੱਖੀਆਂ ਸੀ ਉਹ ਸਹੀ ਨਹੀਂ। ਤੇ ਮੈਂ ਚਾਹਾਂਗਾ ਕਿ ਉਹਨਾਂ ਨੂੰ ਵੀ ਸ਼ੁੱਧ ਕੀਤਾ ਜਾਵੇ। ਮੈਂ ਆਉਣੇ ਵੇਲੇ ਵਿੱਚ, ਅੱਛਾ ਹੁਣ ਮੈਂ ਕੁਝ ਪੁਸਤਕਾਂ ਐਸੀਆਂ ਨੇ ਜਿਹੜੀਆਂ 18-19 ਤੋਂ ਪਹਿਲਾਂ ਪੜ੍ਹੀਆਂ ਸੀ, ਉਹ ਮੈਂ ਦੁਬਾਰਾ ਪੜ੍ਹਨੀਆਂ ਆਰੰਭ ਕੀਤੀਆਂ ਹੋਈਆਂ, ਜਿਨ੍ਹਾਂ ਵਿੱਚੋਂ ਪ੍ਰੋਫੈਸਰ ਸਾਹਿਬ ਸਿੰਘ ਦਾ ਵਿਆਕਰਨ ਮੈਂ ਦੁਬਾਰਾ ਆਰੰਭ ਕੀਤਾ ਹੈ। ਇੱਕ ਕਿਸ਼ੋਰੀ ਦਾਸ ਜੀ ਦਾ ਵਿਆਕਰਨ ਮੈਂ ਦੁਬਾਰਾ ਆਰੰਭ ਕੀਤਾ ਹੈ। ਕੁਝ ਜ਼ਰੂਰੀ ਹਨ। ਤੇ ਇਸੇ ਪ੍ਰਕਾਰ ਮੈਂ ਹੁਣ ਇਸੇ ਸਪਤਾਹ ਜਿਹੜੀ ਇੱਕ ਹੋਰ ਪੁਸਤਕ ਆਰੰਭ ਕੀਤੀ ਹੈ, ਏਕਾਦਸ਼ੀ ਮਹਾਤਮ ਵੀ ਆਰੰਭ ਕੀਤਾ ਹੋਇਆ ਹੈ। ਤਾਂ ਇਹ ਗੱਲਾਂ ਕਿੱਥੋਂ ਸਾਰੀਆਂ ਪਕੜੀਆਂ, ਮੈਂ ਆਪ ਜੀ ਨਾਲ ਉਹ ਵੀ ਕਦੀ ਸਾਂਝੀਆਂ ਕਰਾਂਗਾ। ਤੇ ਮੈਂ ਇੱਥੇ ਕੁਝ ਲਿਖਿਆ ਹੋਇਆ ਹੈ। 2010, ਅੱਜ ਤੋਂ 12 ਵਰ੍ਹ ਪਹਿਲਾਂ, 2010-2012 ਦੇ ਨੇੜੇ ਅਸੀਂ ਫਿਲਾਡਲਫੀਆ ਵਿੱਚ ਗੁਰਦੁਆਰੇ ਦੀ ਵਿੰਡੀ ਇਮਾਰਤ ਜਿਹੜੀ ਹੈ ਚਟਸਾਲ ਲਾਉਂਦੇ ਸੀ। ਮੇਰੇ ਨਾਲ ਵੱਡੇ ਵੀਰ ਜੀ ਨਾਲ ਹਨ, ਵੀਰ ਕਿਰਪਾਲ ਸਿੰਘ ਜੀ। ਉਹਦੇ ਵਿੱਚ ਇਹ ਸਾਰੀ ਹਾਜ਼ਰੀ ਇਹਨਾਂ ਦੀ ਸੀ। ਇਹ ਉੱਥੋਂ ਦੇ ਸੰਚਾਲਕ ਸਨ ਸਾਡੀ ਚਟਸਾਲ ਦੇ। ਤੇ ਉਹ ਵੀਡੀਓ ਅੱਜ ਵੀ ਚੱਲਦੀਆਂ ਹਨ। ਉਹ ਮੇਰੇ ਕੋਲ ਹੁਣ ਮੈਂ ਤੁਹਾਨੂੰ ਦਿਖਾਣਾ ਵਾਂਗੂ, ਉਹ ਮੇਰੀ ਹੁਣ ਪਕੜ 'ਚ ਨਹੀਂ ਆ ਰਹੀਆਂ, ਕਿਉਂਕਿ ਜਿਹੜੀ ਉਹ ਈਮੇਲ ਵਰਤੀ ਸੀ ਉਹ ਅਸੀਂ ਛੱਡ ਗਏ। ਤੇ ਹੁਣ ਉਹ ਕਿਵੇਂ ਪਕੜਨੀਆਂ ਨੇ, ਇਹਦੀ ਗੱਲ ਮੈਂ ਆਪਣੇ ਸਾਥੀ ਪਰਮਜੀਤ ਨਾਲ ਕੀਤੀ ਸੀ। ਤੇ ਉਹ ਕਈ ਵੀਡੀਓ ਐਸੀਆਂ ਨੇ ਜਿਹੜੀਆਂ ਹਜ਼ਾਰਾਂ ਵਾਰ ਦੇਖੀਆਂ ਗਈਆਂ ਹਨ, ਪਰ ਉਸ ਵਿੱਚੋਂ ਬਹੁਤ ਕੁਝ ਅਸ਼ੁੱਧ ਨਿਕਲਿਆ ਹੈ।
ਮੇਰੀਆਂ ਆਪਣੀਆਂ ਵੀਡੀਓ ਆ ਪਾਈਆਂ ਹੋਈਆਂ ਹਨ ਇਸ ਨਾਂ ਤੇ। ਇਹ 12 ਬਰਖ ਪਹਿਲਾਂ ਪਾਈਆਂ ਹੋਈਆਂ। ਆ 94,000 ਇਹਨੂੰ ਕੀ ਕਹਾਂਗੇ, 3,41,000, 34,000, 31,000 ਵੀਡੀਓ ਵੇਖੀ ਹੈ। ਆ 4,000 ਵਾਰੀ, 5,000, 3,000। ਔਰ ਇਹਦੇ ਵਿੱਚ ਮੈਂ ਬਹੁਤ ਸਾਫ਼ ਹਾਂ, ਕਿਉਂਕਿ ਜੇ ਮੈਂ ਇੰਜੀ ਫੜ ਕੇ ਬੈਠਾ ਰਿਹਾ, ਨਹੀਂ ਜੀ ਮੈਂ ਜੋ ਸਿੱਖ ਲਿਆ ਸੀ ਕਾਲਜ ਤੋਂ ਉਹ ਸਹੀ ਹੈ, ਫਿਰ ਤੇ ਅੱਗੇ ਮੈਂ ਤੁਰ ਹੀ ਨਹੀਂ ਸਕਦਾ। ਤੋ ਮੈਂ ਇਹ ਵੀ ਜਿਹੜੀ ਮੈਂ ਤੁਹਾਨੂੰ ਦੱਸਿਆ ਨਾ ਕਿ ਜਿਹੜੀ ਵੀਡੀਓ ਮੈਂ ਤੁਹਾਨੂੰ ਭੇਜੀ ਹੈ ਅੱਜ, ਇੱਕ ਜਿਹੜੀ ਉਹ 2,36,000 ਬਰਖ ਪਹਿਲਾਂ ਜਿਹੜਾ ਮਾਨਵ ਸੀ ਉਹਦਾ ਇੱਕ ਕੰਕਾਲ ਮਿਲਿਆ ਹੈਮਬਰਗ, ਦੱਖਣੀ ਅਫਰੀਕਾ ਵਿੱਚ, ਇੱਕ ਛੋਟਾ ਜਿਹਾ ਦੇਸ਼ ਹੈ। ਤਾਂ ਉਹ ਹੁਣ ਉਸ ਜਿਹੜਾ ਉਹ ਜਿਹੜੇ ਇਹਦੇ ਮਾਹਿਰ ਨੇ ਕੰਕਾਲਾਂ ਦੇ, ਮਾਨਵ ਜਾਤੀ ਦੇ ਵਿਕਾਸ ਦੇ, ਅੰਗਰੇਜ਼ੀ ਦਾ ਸ਼ਬਦ ਇੱਕ ਹੁੰਦਾ ਰੀਰਾਈਟ ਕਰਨਾ। ਰੀਰਾਈਟ ਦਾ ਅਰਥ ਹੁੰਦਾ ਹੈ ਕਿ ਦੁਬਾਰਾ ਸੰਵਾਰ ਕੇ ਲਿਖਣਾ। ਜੇ ਤੁਸੀਂ ਜੀਵਨ ਨੂੰ ਸੰਵਾਰਨਾ ਹੈ ਜਾਂ ਕੁਝ ਵੀ ਸੰਵਾਰਨਾ ਹੈ ਤਾਂ ਤੁਹਾਨੂੰ ਆਪਣੀ ਉਕਾਈ ਦੂਰ ਕਰਨੀ ਪੈਣੀ। ਮੈਂ ਥੋੜਾ ਲੰਬਾ ਬੋਲਾਂਗਾ, ਖੁੱਲ ਕੇ ਵੀ ਬੋਲਾਂਗਾ। ਮੈਨੂੰ ਇਹ ਗੱਲਾਂ ਮੈਂ ਆਪ ਜੀ ਨਾਲ ਤਾਂ ਕਰ ਰਿਹਾ ਕਿ ਮੇਰੇ ਜਿਤਨੇ ਭੈਣ ਭਰਾ ਚੰਗੇ ਲੋਕ ਜੀਵਨ ਬਦਲਣਾ ਚਾਹੁੰਦੇ ਹਨ ਤਾਂ ਸਾਨੂੰ ਇੰਜ ਹੀ ਕਰਨਾ ਪੈਂਦਾ ਹੈ। ਹਾਂ, ਮੇਰੇ ਜੀਵਨ ਵਿੱਚ ਆ 2012 ਵਾਲਾ ਜਿਵੇਂ ਬਾਕੀ ਇੱਥੇ ਖਲੋਤੇ ਹਨ ਜਿੱਥੇ ਇੱਥੇ ਸੀ ਮੈਂ, ਜੇ ਮੈਂ ਅੱਗੇ ਸਾਰਾ ਕੁਝ ਨਾ ਪੜਦਾ ਤੇ ਮੈਂ ਵੀ ਅੱਜ ਉਹ ਹੀ ਵਿਆਕਰਨ ਕਿਸੇ ਕਾਲਜ ਦਾ ਲਿਖਿਆ ਹੋਇਆ, ਕਿਸੇ ਸੰਸਥਾ ਦਾ ਲਿਖਿਆ ਹੋਇਆ ਦੁਹਰਾਈ ਜਾਂਦਾ ਤੇ ਰੱਟੀ ਜਾਂਦਾ ਤੇ ਰਟਾਈ ਜਾਂਦਾ। ਪਰ ਮੈਨੂੰ ਬਹੁਤ ਕੁਝ ਨਵਾਂ ਦਿਸਿਆ। ਅੱਜ ਮੈਂ ਅਗਲੀਆਂ ਵੀਡੀਓ 'ਚ ਜਾ ਕੇ ਸੰਖੇਪ ਜਿਹਾ ਉਹਨਾਂ ਦਾ ਨਾਮ ਵੀ ਲਵਾਂਗਾ। ਉੱਥੇ ਜਾ ਕੇ ਸਮਝ 'ਚ ਆਈ ਕਿ ਜਿਹੜਾ ਸਾਡਾ ਗਿਆਨ ਹੈ ਉਹ ਬਿਲਕੁਲ ਇੱਕ ਸੀਮਤ ਜਿਹਾ ਹੈ, ਜਿਵੇਂ ਖੂਹ ਵਿੱਚ ਕੋਈ ਜੀਵ ਹੋਵੇ, ਨਾਮ ਨਹੀਂ ਲੈਣਾ। ਇੱਕ ਖੂਹ ਵਿੱਚ ਵਸਦਾ ਜੀਵ ਹੋਵੇ, ਡੱਡੂ ਮੱਛੀ ਕੋਈ ਕਹਿ ਲੋ, ਇੱਕ ਸਮੁੰਦਰ ਵਿੱਚ ਵਸਦਾ ਹੋਵੇ। ਚੇਤੇ ਰੱਖਣਾ, ਮੈਂ ਇੱਕ ਉਦਾਹਰਣ ਦਿੱਤਾ, ਕਿਸੇ ਨੂੰ ਮਾੜਾ ਚੰਗਾ ਛੋਟਾ ਵੱਡਾ ਨਹੀਂ ਕਰ ਰਿਹਾ। ਸੀਮਤ ਪਾਲੇ ਵਾਲੇ ਨੂੰ, ਪਾਣੀ ਵਾਲੇ ਨੂੰ, ਉਹਨੂੰ ਉਹੀ ਦੁਨੀਆ ਲੱਗਦੀ ਹੈ, ਪਰ ਸਮੁੰਦਰ ਵਾਲੇ ਨੂੰ ਪਤਾ ਕਿ ਕਿੱਡੀ ਵੱਡੀ ਦੁਨੀਆ ਹੈ। ਮੈਂ ਆਪ ਜੀ ਨੂੰ ਉਸ ਵੱਡੀ ਸਾਰੀ ਗਿਆਨ ਦੀ ਦੁਨੀਆ ਵਿੱਚ ਦਿਲੋਂ ਚਾਹੁੰਦਾ ਕਿ ਆਪ ਜੀ ਪਹੁੰਚੋ, ਤੇ ਮੈਂ ਇਹ ਉਚੇਚਾ ਇੱਥੇ ਤਾਂ ਦਿਖਾ ਰਿਹਾ। ਇਹਨਾਂ ਮੇਰੀਆਂ ਵੀਡੀਓ ਵਿੱਚ ਬਹੁਤ ਕੁਝ ਅਸ਼ੁੱਧ ਹੋ ਚੁੱਕਿਆ, ਉਹ ਮੈਂ ਸਾਰਾ ਕੁਝ ਮੈਨੂੰ ਛੱਡਣਾ ਪਿਆ, ਸੁਧਾਰਨਾ ਪਿਆ, ਔਰ ਮੈਂ ਬੜਾ ਖੁੱਲ ਦਿਲੀ ਨਾਲ ਆਪਣੀਆਂ ਸ਼ੁੱਧੀਆਂ, ਭੁੱਲਾਂ, ਕਮਜ਼ੋਰੀਆਂ ਜਿਹੜੀਆਂ ਨੇ ਉਹ ਸੁਧਾਰਦਾ ਹਾਂ। ਤੇ ਮੈਂ ਅੱਗੇ ਜਾਣਾ ਹੈ, ਔਰ ਮੈਂ ਇੱਥੇ ਜਾਂਦਾ ਜਾਂਦਾ ਕਹਿ ਜਾਂਦਾ, ਜਦੋਂ ਮੈਨੂੰ ਇਹ ਵੀ ਪਤਾ ਲੱਗਾ ਕਿ ਜਿਹੜੀ ਜੀਵਨ ਜਾਚ ਮਰਿਆਦਾ ਮੈਂ ਲਈ ਹੈ, ਮੈਨੂੰ ਦਿੱਤੀ ਹੈ ਮੇਰੇ ਕਾਲਜਾਂ ਨੇ, ਵਾਸਤਵ ਦੇ ਵਿੱਚ ਗੁਰੂ ਦੇ ਨਾਂ ਉੱਤੇ ਹੈ। ਫਿਰ ਮੈਂ ਉਹ ਸਭ ਪਿਛੋਕੜ ਜਾ ਕੇ 5,000 ਘੰਟਾ ਲਾ ਕੇ ਦੇਖਿਆ, ਪੜਿਆ, ਅੱਜ ਰਿਕਾਰਡ ਕਰਕੇ ਤੁਹਾਡੇ ਸਾਹਮਣੇ ਹੈ। ਤੇ ਫਿਰ ਜਿਹੜੀ ਚੀਜ਼ ਮੈਨੂੰ ਗੁਰੂ ਦੀ ਨਹੀਂ ਲੱਗੀ, ਮੈਂ ਜੀਵਨ ਵਿੱਚੋਂ ਛੱਡ ਦਿੱਤੀ। ਜਿਹੜੀ ਗੁਰੂ ਦੀ ਲੱਗੀ, ਗ੍ਰਹਿਣ ਕਰ ਲਈ। ਇਸੇ ਤਰ੍ਹਾਂ ਉਚਾਰਨ, ਵਿਆਕਰਨ, ਬੋਲੀ, ਭਾਖਾ, ਲਿਪੀ, ਸਭ ਕੁਝ ਜੋ ਸਹੀ ਲੱਗਦਾ ਹੈ, ਦਾਸ ਉਸ ਨੂੰ ਅਪਣਾਉਣ ਦਾ ਯਤਨ ਕਰ ਰਿਹਾ ਹੈ। ਤੇ ਇਹ ਵੀਡੀਓ ਜਿਹੜੀਆਂ ਨੇ, ਇਹਨਾਂ ਦਾ ਕਿਵੇਂ ਕਰਨਾ ਹੈ ਅਜੇ ਮੈਨੂੰ ਨਹੀਂ ਪਤਾ, ਇਹਦੇ ਉੱਤੇ ਮੈਂ ਜ਼ਿਆਦਾ ਨਹੀਂ ਕਹਾਂਗਾ। ਤਾਂ ਇਹ ਜਿਹੜੀ ਮੈਂ ਇੱਥੇ ਵੀਡੀਓ ਇੱਕ ਸਮਾਪਤ ਕਰਦਾ ਹਾਂ। ਇਹਦਾ ਕੇਵਲ ਇਤਨਾ ਹੀ ਸੀ ਅੰਤ ਵਿੱਚ ਕਿ ਜਿਹੜੀਆਂ ਕੁਝ ਸ਼ੁੱਧੀਆਂ ਮੇਰੀਆਂ ਤੇ ਵੀਡੀਓ ਦੀਆਂ ਪ੍ਰਚਲਿਤ ਨੇ, ਉਹ ਦਾਸ ਯਤਨ ਕਰੇਗਾ। ਹੁਣ ਦੁਬਾਰਾ ਹੁਣ ਜਿਹੜੀ ਗੱਲ 2012 ਦੀ ਮੈਂ ਦੱਸ ਰਿਹਾ, ਅੱਜ 12 ਬਰਖ ਹੋ ਚੱਲੇ ਹਨ, ਕਈ ਹਜ਼ਾਰ ਘੰਟਾ ਅਧਿਐਨ ਹੋ ਚੁੱਕਾ ਹੈ। ਕਈ ਵੱਡੇ ਵੱਡੇ ਵਿਦਵਾਨ ਜਿਹੜੇ ਨੇ, ਜਿੱਥੋਂ ਗਿਆਨ ਪ੍ਰਾਪਤ ਹੋਇਆ, ਵੱਡੀਆਂ ਵੱਡੀਆਂ ਸੰਸਥਾਵਾਂ ਤੋਂ ਮਿਲਿਆ, ਤਾਂ ਉਹ ਸਾਰਾ ਹੁਣ ਸਿੱਖ ਸੰਗਤ ਅੱਗੇ ਆਪਾਂ ਰੱਖਾਂਗੇ। ਤੇ ਅੱਜ ਦੀ ਆਪਾਂ ਇਹ ਜਿਹੜੇ ਪਿਛਲੀ ਚੱਲ ਰਹੀ ਸੀ ਕਿ ਭਾਸ਼ਾ ਵਿਗਿਆਨ ਦੇ ਕੁਝ ਪ੍ਰਮੁੱਖ ਵਿਸ਼ੇ, ਤਾਂ ਉਹਦੇ ਵਿੱਚ ਦਾਸ ਕੁਝ ਵਿਚਾਰ ਕੀਤੀ ਹੈ।
ਔਰ ਇਹ ਇੱਕ ਭੂਮਿਕਾ ਵਰਗੀ ਵਿਚਾਰ ਹੈ। ਅਜੇ ਬਹੁਤ ਕੁਝ ਇੱਕ ਇੱਕ ਚੀਜ਼ ਉੱਤੇ ਆਪਾਂ ਵਰਣਨ ਕਰਾਂਗੇ। ਮੈਂ ਇਹਦੀ ਸਮਾਪਤੀ ਕਰਦਾ ਹਾਂ। ਅੱਜ ਅਗਲਾ ਪਾਠ ਜਿਹੜਾ ਹੈ ਆਪਾਂ ਅੱਗੇ ਆਰੰਭ ਕਰਨਾ ਹੈ। ਮੈਂ ਇੱਥੇ ਸਮਾਪਤੀ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।